Hello dear student, today we will start second part of lesson diversity and discrimination of SWICS. Dear student, ਅੱਜ ਆਪਾਂ ਸੈਕੰਡ ਲੈਸਨ ਦਾ ਸੈਕੰਡ ਪਾਰਟ ਕਰਾਂਗੇ ਜਿਸ ਦੇ ਵਿੱਚ ਆਪਾਂ ਇਨਇਕੁਐਲਿਟੀ ਐਂਡ ਡਿਸਕ੍ਰਿਮੀਨੇਸ਼ਨ ਤੋਂ ਸਟਾਰਟ ਕਰਾਂਗੇ। ਇਸ ਦੇ ਵਿੱਚ ਕੀ ਆ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਡਾਇਵਰਸਿਟੀ ਐਂਡ ਡਿਸਕ੍ਰਿਮੀਨੇਸ਼ਨ ਦੇ ਬਾਰੇ। ਚਲੋ ਸਟਾਰਟ ਕਰਦੇ ਹਾਂ ਇਸ ਤੋਂ ਆਪਾਂ। Discrimination happen when people act on their prejudice and stereotype। ਜੋ ਡਿਸਕ੍ਰਿਮੀਨੇਸ਼ਨ ਵਰਡ ਹੈ ਆਪਾਂ ਪਹਿਲਾਂ ਵੀ ਪੜ੍ਹ ਕੇ ਚੁੱਕੇ ਹਾਂ, ਇਸ ਦਾ ਮਤਲਬ ਜਾਣਦੇ ਹਾਂ ਵੀ ਭੇਦਭਾਵ ਕਰਦੇ ਹਾਂ ਕਿਸੇ ਦੇ ਨਾਲ। ਇਹ ਕਿਉਂ ਹੁੰਦਾ ਹੈ? ਕਿਉਂਕਿ ਇੱਕ ਤਾਂ ਆਪਾਂ ਪਹਿਲਾਂ ਹੀ ਪ੍ਰੀਜੁਡਾਈਸ ਆਪਾਂ ਗਲਤ ਸੋਚ ਰੱਖਦੇ ਹਾਂ, ਨੈਗੇਟਿਵ ਥੋਟ ਰੱਖਦੇ ਹਾਂ ਉਸ ਦੇ ਪ੍ਰਤੀ, ਕਿਸੇ ਦੇ ਪ੍ਰਤੀ, ਜਾਂ ਫਿਰ ਇਹ ਸਟੀਰੀਓਟਾਈਪ ਦੀ ਕਰਕੇ ਹੁੰਦਾ ਹੈ। ਇਫ ਯੂ do not something to put other people down, if you stop them from taking part in certain activity and taking up job, or stop them from living in certain neighborhood, prevent them from taking water from same well and or hand pump, or not allow them to drink tea in the same cup and glasses as other, you are discriminating against them। ਦੇਖੋ ਇਸ ਦੇ ਵਿੱਚ ਕੀ ਹੈ, ਇਹਨਾਂ ਨੇ ਦੱਸਿਆ ਹੈ ਕਿ ਡਿਸਕ੍ਰਿਮੀਨੇਸ਼ਨ ਭੇਦਭਾਵ ਕੀ ਹੈ। ਜਦੋਂ ਆਪਾਂ ਕਿਸੇ ਕਾਸਟ ਵਾਈਜ਼ ਜਾਂ ਕਿਸੇ ਰਿਲੀਜੀਅਸ ਵਾਈਜ਼ ਜਾਂ ਕੋਈ ਪੂਅਰ ਹੈ ਤਾਂ ਆਪਾਂ ਕੀ ਕਰਦੇ ਹਾਂ, ਉਸ ਨੂੰ ਕਿਸੇ ਸਰਟੇਨ ਐਕਟੀਵਿਟੀ 'ਚ ਆਪਾਂ ਉਸ ਨੂੰ ਪਾਰਟੀਸਪੇਟ ਨਹੀਂ ਕਰਨ ਦਿੰਦੇ, ਜਾਂ ਕੋਈ ਇੱਦਾਂ ਖਾਸ ਜੋਬ ਦੇ ਲਈ ਉਸ ਨੂੰ ਆਪਾਂ ਰੋਕਦੇ ਹਾਂ, ਫਿਰ ਇੱਦਾਂ ਆਪਣੇ ਉਸ ਨੂੰ ਗੁਆਂਢ ਦੇ ਵਿੱਚ ਰਹਿਣ ਤੋਂ ਉਸ ਨੂੰ ਰੋਕਦੇ ਹਾਂ, ਜਾਂ ਫਿਰ ਕਿਤੇ ਸਾਂਝੀ ਜਗ੍ਹਾ 'ਤੇ ਕੋਈ ਵੈੱਲ ਖੂਹ ਹੈ ਜਾਂ ਹੈਂਡ ਪੰਪ ਹੈ ਉੱਥੋਂ ਉਸ ਨੂੰ ਪਾਣੀ ਨਹੀਂ ਭਰਨ ਦਿੰਦੇ। ਚਾਹ ਪੀਣ ਦੇ ਲਈ ਉਹ ਸਾਡੇ ਤਰ੍ਹਾਂ ਕੱਪ ਜਾਂ ਗਲਾਸ ਯੂਜ਼ ਨਹੀਂ ਕਰ ਸਕਦਾ, ਤਾਂ ਇਸ ਤਰ੍ਹਾਂ ਆਪਾਂ ਉਸ ਦੇ ਨਾਲ ਡਿਸਕ੍ਰਿਮੀਨੇਸ਼ਨ ਕਰ ਰਹੇ ਹਾਂ। ਇਹ ਸਾਰਾ ਕੁਛ ਉਸ ਦੇ ਨਾਲ ਭੇਦਭਾਵ ਹੋ ਰਿਹਾ। ਡਿਸਕ੍ਰਿਮੀਨੇਸ਼ਨ ਕੈਨ ਟੇਕ ਪਲੇਸ ਬਿਕਾਜ਼ ਆਫ ਸੈਵਰਲ ਰੀਜ਼ਨ। You probably recall from the previous chapter that Sameer A and Sameer 2 were different from each other in many ways। ਆਪਾਂ ਜੇਕਰ ਡਿਸਕ੍ਰਿਮੀਨੇਸ਼ਨ ਨੂੰ ਦੇਖੀਏ, ਇਹ ਇਸ ਦੇ ਕਈ ਰੀਜ਼ਨ ਹੋ ਸਕਦੇ ਆ, ਠੀਕ ਆ। ਜਿਵੇਂ ਕਿ ਆਪਾਂ ਫਸਟ ਚੈਪਟਰ ਦੇ ਵਿੱਚ ਪੜ੍ਹਿਆ ਵੀ ਦੋ ਬॉय ਸੀ, ਇੱਕ ਦਾ ਨਾਮ ਸਮੀਰ ਏਕ ਸੀ, ਇੱਕ ਦੋ ਸੀ, ਠੀਕ ਹੈ। ਦੋਨਾਂ ਦਾ ਨਾਮ ਸੇਮ ਸੀ ਤਾਂ ਕਰਕੇ ਉਹਨਾਂ ਨੇ ਇੱਕ ਦੋ ਐਡ ਕਰ ਲਿਆ ਆਪਣੇ ਨਾਲ। ਉਹ ਕਈ ਤਰੀਕਿਆਂ ਦੇ ਨਾਲ ਇੱਕ ਦੂਜੇ ਤੋਂ ਅਲੱਗ ਸੀਗੇ, ਠੀਕ ਹੈ। ਫੋਰ ਐਗਜ਼ਾਮਪਲ ਦੇ ਤੌਰ 'ਤੇ ਪਹਿਲਾਂ ਤਾਂ ਉਹ ਕੀ ਸੀ, ਦੋਨੋਂ ਬਿਲੋਂਗ ਟੂ ਡਿਫਰੈਂਟ ਰਿਲੀਜਨ, ਅਲੱਗ-ਅਲੱਗ ਧਰਮ ਨੂੰ ਬਿਲੋਂਗ ਕਰਦੇ ਸੀ। ਉਹਨਾਂ 'ਚ ਇਹ ਡਿਵਰਸਿਟੀ ਪਾਈ ਜਾਂਦੀ ਸੀ। ਹਾਊਐਵਰ ਦਿਸ ਡਿਵਰਸਿਟੀ ਕੈਨ ਆਲਸੋ ਬੀ ਸੋਰਸ ਆਫ ਡਿਸਕ੍ਰਿਮੀਨੇਸ਼ਨ। ਇਹ ਜਿਹੜੀ ਡਿਵਰਸਿਟੀ ਸੀ ਉਹਨਾਂ ਦੇ ਵਿੱਚ ਇਹ ਵੀ ਇੱਕ ਡਿਸਕ੍ਰਿਮੀਨੇਸ਼ਨ ਦਾ ਸੋਰਸ ਮੰਨਿਆ ਜਾਂਦਾ ਹੈ। ਗਰੁੱਪ ਆਫ ਪੀਪਲ ਹੂ ਮੇ ਸਪੀਕ ਅ ਸਰਟੇਨ ਲੈਂਗੁਏਜ, ਫੋਲੋ ਅ ਪਾਰਟੀਕੂਲਰ ਰਿਲੀਜਨ, ਲਿਵ ਇਨ ਸਪੈਸੀਫਿਕ ਰੀਜਨ ਐਕਸੈਟਰਾ may discriminate against as their custom and practice may be seen as inferior। ਕੋਈ ਵੀ ਆਪਾਂ ਪਾਰਟੀਕੂਲਰ ਧਰਮ ਨੂੰ ਫੋਲੋ ਕਰਦੇ ਹਾਂ, ਕਿਸੇ ਇਲਾਕੇ ਵਿੱਚ ਰਹਿ ਰਹੇ ਹਾਂ, ਇਹ ਸਾਰੀਆਂ ਚੀਜ਼ਾਂ ਕੀ ਆ, ਕੁਛ ਜਿਹੜੇ ਰਸਮਾਂ ਰਿਵਾਜ ਨੇ, ਕੀ ਆਪਾਂ ਪ੍ਰੈਕਟਿਸ ਕਰਦੇ ਹਾਂ, ਇਹ ਸਾਰੀਆਂ ਚੀਜ਼ਾਂ ਕੀ ਆ, ਫਿਰ ਇਹਨਾਂ ਤੋਂ ਵੀ ਆਪਾਂ ਕਿਸੇ ਦੇ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਹਾਂ। ਅਨਦਰ ਡਿਫਰੈਂਸ ਬਿਟਵੀਨ ਦਾ ਟੂ ਸਮੀਰ ਐਂਡ ਵਾਜ਼ ਇਨ ਦੇਅਰ ਇਕਨੋਮਿਕ ਬੈਕਗਰਾਊਂਡ। ਜਿਹੜਾ ਇੱਕ ਹੋਰ ਉਸ ਦੇ ਵਿੱਚ ਡਿਫਰੈਂਸ ਕੀ ਆ, ਉਹ ਇਕਨੋਮਿਕ ਬੈਕਗਰਾਊਂਡ ਸੀਗਾ, ਕਿਉਂਕਿ ਉਹ ਅਖਬਾਰ ਵੇਚਦਾ ਸੀ ਬੱਚਾ ਉਹ, ਠੀਕ ਆ, ਕਿਉਂਕਿ ਉਹ ਗਰੀਬ ਸੀਗਾ। ਸਮੀਰ ਦੋ ਵਾਜ਼ ਪੂਅਰ। ਦਿਸ ਡਿਫਰੈਂਸ ਐਜ ਯੂ ਹੈਵ ਰੀਡ ਅਰਲੀਅਰ ਇਜ਼ ਨਾਟ ਫਰੋਮ ਡਿਵਰਸਿਟੀ ਬਟ ਆਫ ਇਨਇਕੁਐਲਿਟੀ। ਜਿਹੜਾ ਇਹ ਡਿਫਰੈਂਸ ਆ ਇਕਨੋਮਿਕ ਬੈਕਗਰਾਊਂਡ ਦਾ, ਠੀਕ ਆ, ਵੀ ਉਹ ਗਰੀਬ ਹੈ, ਇਹ ਕੀ ਆ, ਡਿਵਰਸਿਟੀ ਕਰਕੇ ਨਹੀਂ ਆਉਂਦਾ, ਇਹ ਆਉਂਦਾ ਇਨਇਕੁਐਲਿਟੀ ਕਰਕੇ। ਮਤਲਬ ਕਿਸੇ ਦੇ ਨਾਲ ਆਪਾਂ ਕੋਈ ਬਰਾਬਰਤਾ ਨਾ ਕਰੀਏ, ਉਸ ਨੂੰ ਆਪਣੇ ਬਰਾਬਰ ਨਾ ਮੰਨੀਏ, ਠੀਕ ਹੈ। ਪੀਪਲ ਹੂ ਆਰ ਪੂਅਰ ਡੂ ਨਾਟ ਹੈਵ ਦਾ ਰਿਸੋਰਸ ਔਰ ਮਨੀ। ਜਿਹੜੇ ਪੀਪਲ ਪੂਅਰ ਨੇ, ਗਰੀਬ ਨੇ, ਉਹਨਾਂ ਕੋਲ ਇੰਨੇ ਰਿਸੋਰਸ ਨਹੀਂ ਹੁੰਦੇ ਵੀ ਜਿਹਦੇ ਨਾਲ ਉਹ ਹੋਰ ਪੈਸਾ ਕਮਾ ਸਕਣ, ਠੀਕ ਹੈ। ਟੂ ਮੀਟ ਦੇਅਰ ਬੇਸਿਕ ਨੀਡ ਆਫ ਫੂਡ। ਉਹਨਾਂ ਨੂੰ ਆਪਣੀ ਬੇਸਿਕ ਨੀਡ ਆ ਜਿਹੜੀਆਂ ਉਹ ਵੀ ਨਹੀਂ ਮਿਲਦੀਆਂ, ਜਿਵੇਂ ਕਿ ਉਸ ਦੇ ਵਿੱਚ ਫੂਡ ਹੋ ਗਿਆ, ਕਲੋਥਿੰਗ ਕੱਪੜੇ ਹੋ ਗਏ, ਸ਼ੈਲਟਰ ਮਤਲਬ ਉਹਨਾਂ ਦੇ ਰਹਿਣ ਦੇ ਲਈ ਕੋਈ ਇੱਦਾਂ ਪ੍ਰੋਪਰ ਜਗ੍ਹਾ ਨਹੀਂ ਹੁੰਦੀ, ਆਸਰਾ ਨਹੀਂ ਹੁੰਦਾ, ਠੀਕ ਹੈ। ਦੇ ਐਕਸਪੀਰੀਅੰਸ ਡਿਸਕ੍ਰਿਮੀਨੇਸ਼ਨ ਇਨ ਆਫਿਸ। ਉਹਨਾਂ ਦੇ ਨਾਲ ਆਫਿਸ ਦਫ਼ਤਰਾਂ ਦੇ ਵਿੱਚ ਵੀ ਭੇਦਭਾਵ ਕੀਤਾ ਜਾਂਦਾ, ਹੌਸਪੀਟਲ ਦੇ ਵਿੱਚ ਵੀ ਕੀਤਾ ਜਾਂਦਾ ਉਹਨਾਂ ਨਾਲ ਭੇਦਭਾਵ, ਸਕੂਲ ਦੇ ਵਿੱਚ ਐਕਸੈਕਟਰਾ। ਇਸ ਤੋਂ ਇਲਾਵਾ ਹੋਰ ਵੀ ਕਈ ਜਗ੍ਹਾਵਾਂ ਨੇ, ਥਾਵਾਂ ਨੇ ਜਿੱਥੇ ਉਹਨਾਂ ਦੇ ਨਾਲ ਭੇਦਭਾਵ ਕੀਤਾ ਜਾਂਦਾ,
ਠੀਕ ਹੈ, ਉਹਨਾਂ ਨੂੰ ਬੈਡਲੀ ਟਰੀਟ ਕੀਤਾ ਜਾਂਦਾ ਕਿਉਂਕਿ ਉਹ ਪੂਅਰ ਨੇ, ਗਰੀਬ ਨੇ। ਸਮ ਪੀਪਲ ਮੇ ਐਕਸਪੀਰੀਅੰਸ ਬੋਥ ਕਾਈਂਡ ਆਫ ਡਿਸਕ੍ਰਿਮੀਨੇਸ਼ਨ, ਕਈ ਇੱਦਾਂ ਦੇ ਵੀ ਪੀਪਲ ਨੇ ਜਿਨ੍ਹਾਂ ਨਾਲ ਦੋਨੋਂ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਭੇਦਭਾਵ ਕੀਤਾ ਜਾ ਸਕਦਾ। ਦੇ ਆਰ ਪੂਅਰ ਐਂਡ ਦੇ ਬਿਲੋਂਗ ਟੂ ਗਰੁੱਪ ਹੂਜ਼ ਕਲਚਰ ਇਜ਼ ਨੋਟ ਵੈਲਿਊਡ, ਜਾਂ ਤਾਂ ਇੱਕ ਤਾਂ ਉਹ ਗਰੀਬ ਵੀ ਹੋਵੇ, ਇੱਕ ਇੱਦਾਂ ਦੇ ਗਰੁੱਪ ਦੇ ਨਾਲ ਜੁੜਿਆ ਹੋਵੇ, ਕਲਚਰ ਦੇ ਨਾਲ ਜੁੜਿਆ ਹੋਵੇ ਜਿਹਨੂੰ ਆਪਾਂ ਕੋਈ ਵੈਲਿਊ ਨਹੀਂ ਦਿੰਦੇ, ਠੀਕ ਹੈ, ਜਿਵੇਂ ਟਰਾਈਬਲ ਜਿਹੜੇ ਆਦੀਵਾਸੀ ਜਾਂ ਕਬੀਲੇ ਦੇ ਲੋਕ ਨੇ। ਸਮ ਰਿਲੀਜੀਅਸ ਗਰੁੱਪ ਐਂਡ even particular against for one or more of these region in following section will be look at how a famous Indian was discriminated against. This will help us understand the way in which caste was used to discrimination against large number of people। ਦੇਖੋ ਇੱਦਾਂ ਦੇ ਕਈ ਜਿਹੜੇ ਟਰਾਈਬਲ ਨੇ, ਕਬੀਲੇ ਦੇ ਲੋਕ ਨੇ, ਉਹਨਾਂ ਦੇ ਨਾਲ ਵੀ ਉਹਨਾਂ ਦੇ ਕਲਚਰ ਕਰਕੇ, ਉਹਨਾਂ ਦੇ ਰੀਜ਼ਨ ਕਰਕੇ ਭੇਦਭਾਵ ਕੀਤਾ ਜਾਂਦਾ। ਪਰ ਕੁਛ ਇੱਦਾਂ ਦੇ ਜਿਹੜੇ ਡਿਸਕ੍ਰਿਮੀਨੇਸ਼ਨ ਕਾਸਟਿਜ਼ਮ ਦੇ ਕਰਕੇ ਵੀ ਕੀਤਾ ਜਾਂਦਾ ਹੈ, ਭੇਦਭਾਵ ਦੇ ਕਰਕੇ ਵੀ ਕੀਤਾ ਜਾਂਦਾ। ਕੁਛ ਇੱਦਾਂ ਦੇ ਜਿਹੜੇ ਫੇਮਸ ਇੰਡੀਅਨ ਨੇ ਜਿਨ੍ਹਾਂ ਦੇ ਨਾਲ ਇੱਦਾਂ ਡਿਸਕ੍ਰਿਮੀਨੇਸ਼ਨ ਉਹਨਾਂ ਦੇ ਨਾਲ ਹੋਇਆ, ਠੀਕ ਹੈ, ਫਿਰ ਉਹਨਾਂ ਨੇ ਇਸ ਤੋਂ ਬਾਹਰ ਆਉਣ ਦੇ ਲਈ ਕਾਫੀ ਹੱਦ ਤੱਕ ਕੋਸ਼ਿਸ਼ ਕੀਤੀ ਆ ਅਤੇ ਉਹ ਕਾਮਯਾਬ ਵੀ ਰਹੇ ਆ, ਠੀਕ ਹੈ। ਨੈਕਸਟ ਗੱਲ ਕਰਦੇ ਹਾਂ ਆਪਾਂ ਔਨ ਬੀਇੰਗ ਡਿਸਕ੍ਰਿਮੀਨੇਟਡ ਅਗੇਂਸਟ। people are engaged in different kind of work like teaching, carpentry, pottery, weaving, fishing, farming, etc। ਜਿਹੜੇ ਲੋਕ ਹੀ ਆ ਇਹਨਾਂ ਕਿੱਤਿਆਂ ਵਿੱਚ ਲੱਗੇ ਆ, ਚਾਹੇ ਉਹ ਟੀਚਿੰਗ ਕਰਦੇ ਹੋਣ, ਕਾਰਪੈਂਟਰ ਹੋਣ, ਪੋਟਰ ਹੋਣ, ਵੀਵਿੰਗ ਹੋਣ, ਕੱਪੜਿਆਂ ਦਾ ਕੰਮ ਕਰਦੇ ਹੋਣ, ਮੱਛੀ ਪਾਲਣ ਦਾ ਹੋਵੇ, ਫਾਰਮਿੰਗ, ਕਿਸਾਨ ਹੋਣ, ਐਕਸੈਕਟਰਾ, ਠੀਕ ਹੈ। ਟੂ ਅਰਨ ਆ ਲਾਈਵਲੀਹੁੱਡ, ਆਪਣੇ ਜੀਵਨ ਆਸਰੇ ਦੇ ਲਈ, ਰਹਿਣ ਦੇ ਲਈ ਉਹ ਪੈਸਾ ਕਮਾਉਂਦੇ ਆ। ਹਾਊਐਵਰ ਸਰਟੇਨ ਕਾਈਂਡ ਆਫ ਵਰਕ ਆਰ ਵੈਲਿਊ ਮੋਰ ਦੈਨ ਅਦਰ, ਇਹਨਾਂ ਨੂੰ ਆਪਾਂ ਕਾਫੀ ਵੈਲਿਊ ਵਾਲੇ ਕਿੱਤੇ ਮੰਨਦੇ ਹਾਂ, ਕੰਮ ਮੰਨਦੇ ਹਾਂ ਦੂਜਿਆਂ ਦੇ ਅਕੋਰਡਿੰਗ। ਜਿਵੇਂ ਐਕਟੀਵਿਟੀ ਲਾਈਕ ਕਲੀਨਿੰਗ, ਸਾਫ ਸਫਾਈ ਦਾ ਜਿਹੜੇ ਕੰਮ ਕਰਦੇ ਆ, ਵਾਸ਼ਿੰਗ, ਕਟਿੰਗ ਹੇਅਰ, ਪਿਕਿੰਗ ਗਾਰਬੇਜ, ਆਲ ਸੀਨ ਐਜ਼ tasks that are of less value and people who do this work are seen as dirty or impure। ਦੇਖੋ ਜਿਹੜੇ ਉੱਪਰ ਆਪਾਂ ਕੰਮ ਦੇਖ ਲਏ ਵੀ ਇਹਨਾਂ ਨੂੰ ਆਪਾਂ ਥੋੜ੍ਹੀ ਵੈਲਿਊ ਦਿੰਦੇ ਆ, ਜਿਹੜੇ ਸਾਰੇ ਕੰਮ ਦੇਖੇ ਆ ਵੀ ਕਿਸਾਨ ਆ, ਕੋਈ ਟੀਚਰ ਆ, ਕੋਈ ਪੋਟਰ ਆ, ਪਰ ਜਿਹੜੇ ਕੋਈ ਸਾਫ ਸਫਾਈ ਦਾ ਕੰਮ ਕਰਦੇ ਆ, ਕੱਪੜੇ ਧੋਂਦੇ ਨੇ, ਵਾਲ ਕੱਟਦੇ ਨੇ, ਜਾਂ ਫਿਰ ਕੂੜਾ ਕਰਕਟ ਉਠਾਉਂਦੇ ਨੇ, ਇਹਨਾਂ ਨੂੰ ਆਪਾਂ ਲੈਸ ਵੈਲਿਊ, ਬਹੁਤ ਘੱਟ ਵੈਲਿਊ ਦੇ ਵਿੱਚ ਆਖਦੇ ਹਾਂ। ਇਹਨਾਂ ਨੂੰ ਆਪਾਂ ਸੋਚਦੇ ਹਾਂ ਵੀ ਇਹ ਗੰਦੇ ਲੋਕ ਨੇ ਅਤੇ ਇੰਪਿਓਰ ਨੇ, ਵੀ ਇਹ ਪਵਿੱਤਰ ਨਹੀਂ ਹੈਗੇ, ਸਾਫ ਸੁਥਰੇ ਨਹੀਂ ਹੈਗੇ, ਠੀਕ ਹੈ। ਇਸੇ ਕਰਕੇ ਦਿਸ ਬਲੀਵ ਇਜ਼ ਐਨ ਇੰਪੋਰਟੈਂਟ ਆਸਪੈਕਟ ਆਫ ਦਾ ਕਾਸਟਿਜ਼ਮ, ਇਸੇ ਕਰਕੇ ਇਹ ਆਪਣਾ ਕਾਸਟਿਜ਼ਮ ਵਗੈਰਾ ਦਾ ਇੱਦਾਂ ਹੀ ਆਪਣੇ ਵਿੱਚ ਆ ਜਾਂਦਾ ਹੈ। ਇਨ ਕਾਸਟ ਸਿਸਟਮ ਕਮਿਊਨਿਟੀ ਗਰੁੱਪ ਆਫ ਪੀਪਲ ਵਰ ਪਲੇਸ ਇਨ ਆ ਸ਼ਾਰਟ ਆਫ ਲੈਡਰ ਵੇਅਰ ਈਚ ਕਾਸਟ was either above or below the other। Those who place themselves at the top of this ladder call themselves upper caste। ਦੇਖੋ ਆਪਣੀ ਸੁਸਾਇਟੀ ਦੇ ਵਿੱਚ ਇੱਦਾਂ ਦਾ ਇੱਕ ਕਾਸਟਿਜ਼ਮ ਦੀ ਇੱਕ ਲੈਡਰ, ਇੱਕ ਪੌੜੀ ਦੀ ਤਰ੍ਹਾਂ ਜਾਂ ਸਟੈਪ ਬਾਏ ਸਟੈਪ ਬਣ ਚੁੱਕੀ ਆ, ਠੀਕ ਹੈ, ਜਿਸ ਦੇ ਨਾਲ ਜਿਹੜੀ ਇੱਕ ਕਾਸਟ ਦਾ ਪਰਸਨ ਆ, ਇੱਕ ਕਾਸਟ ਦਾ ਜੋ ਵਿਅਕਤੀ ਨੇ, ਉਹ ਚਾਹੁੰਦੇ ਆ ਵੀ ਸਾਡੀ ਜਿਹੜੀ ਕਾਸਟ ਆ ਜਾਂ ਸਾਡਾ ਰਿਲੀਜੀਅਸ ਆ ਸਭ ਤੋਂ ਉੱਚੇ ਹੋਵੇ, ਮੈਂ ਸਭ ਤੋਂ ਉੱਚੇ ਹਾਂ, ਬਾਕੀ ਮੇਰੇ ਤੋਂ ਨੀਵੇਂ ਹੋਣ। ਜਿਵੇਂ ਇੱਦਾਂ ਹੀ ਪਹਿਲਾਂ ਵੀ ਆਪਾਂ ਜੇਕਰ ਹਿਸਟਰੀ ਵਿੱਚ ਪੜ੍ਹੀ, ਇੱਦਾਂ ਸਟੈਪ ਬਾਏ ਸਟੈਪ ਸਭ ਤੋਂ ਟੌਪ ਦੇ ਉੱਪਰ ਬ੍ਰਾਹਮਣ ਸੀ, ਜੋ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। ਫਿਰ ਇਸ ਤੋਂ ਬਾਅਦ ਸੈਕਿੰਡ ਪਲੇਸ 'ਤੇ ਸੀਗੇ ਛਤਰੀਆ, ਫਿਰ ਥਰਡ ਪਲੇਸ 'ਤੇ ਵੈਸਿਆ ਸੀਗੇ, ਠੀਕ ਹੈ, ਅਤੇ ਲਾਸਟ 'ਤੇ ਸੀਗੇ ਜੋ ਸਭ ਤੋਂ ਨੀਚੇ ਆਪਾਂ ਕਹਿ ਦਈਏ ਪੌੜੀ ਦੇ ਸਭ ਤੋਂ ਨੀਚੇ ਸਟੈਪ 'ਤੇ, ਉਹ ਸੀਗੇ ਸੂਦਰਾ, ਠੀਕ ਹੈ, ਜਿਨ੍ਹਾਂ ਵਿੱਚ ਇਹ ਘੱਟ ਮਤਲਬ ਇੰਪਿਓਰ ਜੋ ਆਪਾਂ ਕੰਮ ਪੜ੍ਹ ਚੁੱਕੇ ਹਾਂ, ਇੱਦਾਂ ਦੇ ਕੰਮ ਕਰਨ ਵਾਲੇ, ਠੀਕ ਹੈ। ਇਹਦੇ ਕਰਕੇ ਵੀ ਜਿਹੜਾ ਕਾਸਟਿਜ਼ਮ ਦੀ ਕਰਕੇ ਵੀ ਡਿਸਕ੍ਰਿਮੀਨੇਸ਼ਨ ਬਹੁਤ ਜ਼ਿਆਦਾ ਆਪਣੇ ਸਮਾਜ ਦੇ ਵਿੱਚ ਹੁੰਦਾ ਲੋਕਾਂ ਦੇ ਨਾਲ, ਠੀਕ ਹੈ। ਅਪਰ ਕਾਸਟ ਐਂਡ ਸਾਓ ਦੈਮਸੈਲਫ ਐਜ਼ ਸੁਪੀਰੀਅਰ, ਜਿਹੜਾ ਕਿ ਸਭ ਤੋਂ ਉੱਪਰ ਹੁੰਦਾ, ਆਪਾਂ ਜਿਵੇਂ ਆਪਾਂ ਕਹਿ ਦਈਏ ਇੱਦਾਂ ਇੱਕ ਲੈਡਰ ਬਣਾਈ ਸੀ, ਇਸ ਦੇ ਸਭ ਤੋਂ ਟੌਪ 'ਤੇ ਆ, ਉਹ ਆਪਣੇ ਆਪ ਨੂੰ ਸੁਪੀਰੀਅਰ ਮੰਨਦਾ, ਸਭ ਤੋਂ ਸੁਪਰੀਮ ਮੰਨਦਾ ਵੀ ਮੇਰੀ ਜਿਹੜੀ ਕਾਸਟ ਆ ਉਹ ਸਭ ਤੋਂ ਉੱਚੀ ਹੈ, ਬਾਕੀ ਮੇਰੇ ਤੋਂ ਸਾਰੇ ਬਿਲੋ ਨੇ, ਠੀਕ ਹੈ। ਉਹ ਆਪਣੇ ਹੀ ਧਰਮ, ਆਪਣੇ ਹੀ ਕਾਸਟ ਨੂੰ ਸਭ ਤੋਂ ਉੱਚਾ ਮੰਨਦਾ, ਠੀਕ ਹੈ। ਦਾ ਗਰੁੱਪ ਹੂ ਵਰ ਪਲੇਸ ਐਜ਼ ਦਾ ਬਾਟਮ of the ladder was seen unworthy and called untouchable। ਜਿਹੜਾ ਸਭ ਤੋਂ ਨੀਚੇ ਹੋਵੇਗਾ, ਮੰਨ ਲਓ ਇਹ ਆਪਾਂ ਟੌਪ ਬਣਾਇਆ ਸੀ, ਸਭ ਤੋਂ ਟੌਪ ਦੇ ਉੱਪਰ ਆਪਾਂ ਪਹਿਲੇ ਜੋ ਸਮਾਜ ਦੇ ਵਿੱਚ ਸੀਗਾ ਬ੍ਰਾਹਮਣ ਸੀਗਾ, ਸਭ ਤੋਂ ਨੀਚੇ ਦਾ ਜਿਹੜਾ ਬਾਟਮ ਸੀ ਉਸ ਦੇ ਵਿੱਚ ਸੀਗਾ ਸੂਦਰਾ। ਤਾਂ ਜਿਹੜੇ ਆਹ ਸਭ ਤੋਂ ਅਪਰ ਕਾਸਟ ਵਾਲੇ ਸੀ, ਨੀਚੇ ਵਾਲਿਆਂ ਨੂੰ ਸਭ ਤੋਂ ਘਟੀਆ, ਸਭ ਤੋਂ
ਨੀਚੇ ਥਾਂ 'ਤੇ ਅਨਵਰਥੀ, ਜਿਨ੍ਹਾਂ ਦੀ ਕੋਈ ਵੈਲਿਊ ਨਹੀਂ, ਇੱਦਾਂ ਮੰਨਦੇ ਸੀ ਉਹ, ਠੀਕ ਆ, ਜਿਨ੍ਹਾਂ ਨੂੰ ਆਪਾਂ ਕੀ ਹੈ ਇਨਟੱਚੇਬਲ ਕਹਿੰਦੇ ਸੀ ਉਹ, ਠੀਕ ਹੈ। Caste rule were set which did not allow to the so-called touchable to take on work other than what they were meant to do. For example, some groups were forced to pick garbage and remove dead animal from the village। ਦੇਖੋ ਇਹਦੇ ਵਿੱਚ ਕਾਸਟਿਜ਼ਮ ਦੇ ਵਿੱਚ ਕੀ ਸੀ, ਜੋ ਸੁਪਰ ਕਾਸਟ ਆਪਣੇ ਆਪ ਨੂੰ ਸਭ ਤੋਂ ਸੁਪਰੀਮ ਮੰਨਦੇ ਸੀ, ਉਹਨਾਂ ਦੁਆਰਾ ਹੀ ਇੱਦਾਂ ਰੂਲ ਰੈਗੂਲੇਸ਼ਨ ਕੁਛ ਬਣਾਏ ਜਾਂਦੇ ਸੀ ਵੀ ਜੋ ਸਭ ਤੋਂ ਨੀਚੇ ਬਾਟਮ 'ਤੇ ਕਾਸਟ ਹੈ ਉਹ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਵਰਕ ਨਹੀਂ ਕਰੇਗੀ। ਉਹਨਾਂ ਨੂੰ ਫਿਰ ਵਰਕ ਹੀ ਦਿੱਤੇ ਜਾਂਦੇ ਸੀਗੇ ਜਿਹੜੇ ਸਭ ਤੋਂ ਘਟੀਆ ਕੰਮ ਸਮਝੇ ਜਾਂਦੇ ਸੀ ਵੀ ਜਾਂ ਤਾਂ ਉਹਨਾਂ ਤੋਂ, ਉਹਨਾਂ ਦੇ ਗਰੁੱਪ ਦੇ ਜਿਹੜੇ ਬੰਦੇ ਆ, ਉਹਨਾਂ ਦੀ ਕਾਸਟ ਦੇ ਲੋਕ ਨੇ, ਉਹਨਾਂ ਤੋਂ ਪਿਕ ਗਾਰਬੇਜ, ਕੂੜਾ ਕਰਕਟ ਇਕੱਠਾ ਕੀਤਾ ਜਾਂਦਾ ਸੀ। ਮਰੇ ਹੋਏ ਜਾਨਵਰ ਉਠਾਉਣੇ ਉਹਨਾਂ ਦਾ ਕੰਮ ਸੀ। ਇਹ ਸਾਰੇ ਮਤਲਬ ਘਟੀਏ ਕੰਮ ਸਮਝੇ ਜਾਂਦੇ ਅਤੇ ਉਹ ਜਿਹੜੇ ਸਭ ਤੋਂ ਬਾਟਮ 'ਤੇ ਜਿਹੜੇ ਕਾਸਟਿਜ਼ਮ ਵਾਲੇ ਸੀਗੇ ਉਹਨਾਂ ਤੋਂ ਇਹ ਕੰਮ ਕਰਵਾਏ ਜਾਂਦੇ। ਬਟ ਦੇ ਆਰ ਨੋਟ ਅਲਾਊਡ ਟੂ ਐਂਟਰ ਦਾ ਹੋਮ ਆਫ ਦਾ ਅਪਰ ਕਾਸਟ ਔਰ ਟੇਕ ਵਾਟਰ ਫਰੋਮ ਦਾ ਵਿਲੇਜ ਵੈਲ। ਪਰ ਉਹਨਾਂ ਨੂੰ ਨਾ ਤਾਂ ਅਪਰ ਕਾਸਟ ਵਾਲਿਆਂ ਦੇ ਘਰ ਵਿੱਚ ਜਾਣ ਦੀ ਐਂਟਰੀ ਸੀ, ਨਾ ਹੀ ਜਿਹੜੇ ਪਿੰਡ ਦਾ ਖੂਹ ਆ ਉੱਥੋਂ ਉਹ ਪਾਣੀ ਲੈ ਸਕਦੇ ਸੀ। ਔਰ ਈਵਨ ਐਂਟਰ ਟੈਂਪਲ, ਉਹਨਾਂ ਨੂੰ ਮੰਦਰਾਂ ਵਿੱਚ ਜਾਣ ਦੀ ਵੀ ਆਗਿਆ ਨਹੀਂ ਸੀ, ਐਂਟਰੀ ਨਹੀਂ ਦਿੱਤੀ ਜਾਂਦੀ ਸੀ। ਦੇਅਰ ਚਿਲਡਰਨ ਕੁਡ ਨਾਟ ਸੈਟ ਨੈਕਸਟ ਟੂ ਚਿਲਡਰਨ ਟੂ ਅਦਰ ਕਾਸਟ ਇਨ ਸਕੂਲ। ਉਹਨਾਂ ਦੇ ਜਿਹੜੇ ਬੱਚੇ ਆ, ਲੋਅਰ ਕਾਸਟ ਦੇ ਬੱਚੇ ਆ, ਅਪਰ ਕਾਸਟ ਦੇ ਬੱਚਿਆਂ ਦੇ ਨਾਲ ਸਕੂਲ ਵਿੱਚ ਨਹੀਂ ਬੈਠ ਸਕਦੇ। ਦਸ ਅਪਰ ਕਾਸਟ ਐਕਟ ਇਨ ਵੇ ਵਿਚ ਡਿਡ ਨਾਟ give the so-called untouchable the same right as they enjoyed। ਠੀਕ ਹੈ, ਇਸ ਦੇ ਮਤਲਬ ਕੀ ਹੈ, ਇਸੇ ਤਰ੍ਹਾਂ ਜਿਹੜੇ ਅਪਰ ਕਾਸਟ ਦੇ ਆ ਉਹ ਇੱਦਾਂ ਐਕਟ ਕਰਦੇ ਸੀ ਦੂਸਰਿਆਂ ਦੇ ਨਾਲ ਜਿਨ੍ਹਾਂ ਨੂੰ ਆਪਾਂ ਇਨਟੱਚੇਬਲ ਕਹਿੰਦੇ ਸੀਗੇ, ਠੀਕ ਆ, ਅਤੇ ਉਹ ਫਿਰ ਇਹਨਾਂ ਨੂੰ ਇੱਦਾਂ ਕਰਕੇ ਸਾਰੇ ਇੰਜੋਏਮੈਂਟ ਕਰਦੇ ਸੀ ਆਪਣੇ, ਉਹਨਾਂ ਨੂੰ ਭੇਦਭਾਵ ਕਰਕੇ ਉਹਨਾਂ ਨੂੰ ਚੰਗਾ ਲੱਗਦਾ ਸੀ, ਠੀਕ ਹੈ। ਨੈਕਸਟ ਆਪਾਂ ਡਾਕਟਰ ਭੀਮ ਰਾਓ ਅੰਬੇਡਕਰ ਬਾਰੇ ਦੇਖਦੇ ਹਾਂ। One of the greatest leader of India share his first experience of caste-based discrimination which took place in 1901. When he had just 9-year-old, he had gone with his brother and cousin to meet his father in Koregaon, which is now in Maharashtra। ਆਪਾਂ ਡਾਕਟਰ ਭੀਮ ਰਾਓ ਅੰਬੇਡਕਰ ਦੇ ਬਾਰੇ ਇੱਥੇ ਡਿਸਕਸ ਕਰ ਰਹੇ ਹਾਂ, ਜੋ ਕਿ ਬਹੁਤ ਹੀ ਫੇਮਸ ਗ੍ਰੇਟੈਸਟ ਲੀਡਰ ਹੋਏ ਆ ਇੰਡੀਆ ਦੇ। ਉਹਨਾਂ ਨੇ ਇੱਕ ਆਪਣਾ ਜੋ ਐਕਸਪੀਰੀਅੰਸ ਹੋਇਆ ਵੀ ਉਸ ਦੇ ਨਾਲ ਕਿਵੇਂ ਭੇਦਭਾਵ ਹੋਇਆ ਉਹਨਾਂ ਦੀ ਕਾਸਟ ਦੀ ਕਰਕੇ ਉਹਨਾਂ ਨੇ ਸ਼ੇਅਰ ਕੀਤਾ। 1901 ਦੀ 1901 ਦੀ ਗੱਲ ਹੈ, ਠੀਕ ਹੈ, ਜਦੋਂ ਉਹ 9 ਈਅਰ ਦੇ ਓਲਡ ਸੀ, ਮਤਲਬ 9 ਸਾਲ ਦੇ ਸੀਗੇ, ਠੀਕ ਹੈ। ਉਹ ਆਪਣੇ ਬ੍ਰਦਰ ਦੇ ਨਾਲ, ਆਪਣੇ ਕਜ਼ਨ ਦੇ ਨਾਲ ਕੋਰੇਗਾਂਵ ਜੋ ਕਿ ਮਹਾਰਾਸ਼ਟਰ ਦੇ ਵਿੱਚ ਆ, ਆਪਣੇ ਫਾਦਰ ਨੂੰ ਮਿਲਣ ਜਾ ਰਹੇ ਸੀ, ਠੀਕ ਹੈ। ਨੈਕਸਟ, long did wait what no one turned up, an hour elapsed and his station master come to inquire। He asked us for our ticket, we showed them to him, he asked us why he tarried, we told him that we were bound for Koregaon and that we were waiting for father or his servant to come, but that neither had turned up and that we did not know how to reach Koregaon। ਦੇਖੋ ਕਾਫੀ ਜਦੋਂ ਵੇਟ ਕਰ ਰਹੇ ਹੁੰਦੇ ਆ ਉੱਥੇ ਖੜ੍ਹ ਕੇ, ਤਾਂ ਫਿਰ ਇੱਕ ਸਟੇਸ਼ਨ ਮਾਸਟਰ ਆਉਂਦਾ, ਉਹਨਾਂ ਨੂੰ ਪੁੱਛਦਾ ਵੀ ਤੁਸੀਂ ਇੰਨਾ ਇਨਕੁਆਇਰੀ ਕਰਦਾ, ਉਹਨਾਂ ਨੂੰ ਟਿਕਟਾਂ ਬਾਰੇ ਪੁੱਛਦਾ, ਤੁਸੀਂ ਕਿੱਥੇ ਜਾਣਾ। ਉਹ ਦੱਸਦੇ ਵੀ ਅਸੀਂ ਆਪਣੇ ਫਾਦਰ ਦੀ ਵੇਟ ਕਰ ਰਹੇ ਹਾਂ, ਨਾ ਵੀ ਉਹ ਆਇਆ ਜਾਂ ਤਾਂ ਉਹ ਆਪਣੇ ਕਿਸੇ ਸਰਵੈਂਟ ਨੂੰ ਭੇਜਣਗੇ, ਠੀਕ ਆ, ਵੀ ਅਸੀਂ ਕੋਰੇਗਾਂਵ ਜਾ ਰਹੇ ਹਾਂ, ਠੀਕ ਹੈ। ਅਤੇ ਫਿਰ ਇਸ ਤੋਂ ਬਾਅਦ ਕੀ ਆ, we were well dressed children from our dress or talk, no one could make out that we were children of untouchable। ਉਹਨਾਂ ਦੇ ਕੱਪੜੇ ਇੱਦਾਂ ਵੈਲ ਡਰੈਸ ਸੀ, ਚੰਗੇ ਤਰੀਕੇ ਨਾਲ ਪਹਿਨੇ ਹੋਏ, ਸਾਫ਼ ਸੁਥਰੇ ਸੀ, ਉਹਨਾਂ ਦੀ ਗੱਲਬਾਤ ਸਾਫ਼ ਸੁਥਰੀ ਵਧੀਆ ਤਰੀਕੇ ਨਾਲ ਬੱਚੇ ਕਰ ਰਹੇ ਸੀ, ਅਤੇ ਉਹਨਾਂ ਤੋਂ ਪਤਾ ਨਹੀਂ ਲੱਗ ਰਿਹਾ ਸੀ ਵੀ ਉਹ ਇਨਟੱਚੇਬਲ, ਬਈ ਮਤਲਬ ਕਿ ਛੋਟੀ ਕਾਸਟ ਦੇ ਉਹ ਬੱਚੇ ਨੇ। ਇੰਡੀਡ ਦਾ ਸਟੇਸ਼ਨ ਮਾਸਟਰ ਵਾਜ਼ ਕੁਆਇਟ sure we were Brahman children and was extremely touched at the plight in which he found us। He is usual among his Hindus। The station master asked us who we were without a moment I thought I blurted out
ਦੈਟ ਵੀ ਆਰ ਮਹਾਰ। ਕਾਫੀ ਉਹਦੇ ਨਾਲ ਉਹ ਯੂਜ਼ੁਅਲ ਹੋ ਜਾਂਦਾ, ਉਹਨਾਂ ਦੇ ਨਾਲ ਗੱਲਾਂ ਕਰਦਾ ਅਤੇ ਉਹ ਪੁੱਛਦਾ ਵੀ, ਸੋਚਦਾ ਵੀ ਇਹ ਬ੍ਰਾਹਮਣਾਂ ਦੇ ਬੱਚੇ ਨੇ, ਅਪਰ ਕਾਸਟ ਜੋ ਕਿ ਮੰਨੀ ਜਾਂਦੀ ਸੀ ਉਸ ਸਮੇਂ, ਠੀਕ ਆ। ਉਸ 'ਤੇ ਉਹ ਬੱਚੇ ਨੇ ਅਤੇ ਉਹਨਾਂ ਨੇ ਕਾਫੀ ਵਧੀਆ ਗੱਲਾਂ ਕਰਦਾ। ਫਿਰ ਉਹ ਯੂਜਲੀ ਆਮ ਤੌਰ 'ਤੇ ਪੁੱਛ ਲੈਂਦਾ ਵੀ ਹਿੰਦੂ ਨੇ, ਤਾਂ ਇਹਨਾਂ ਨੂੰ ਪੁੱਛ ਲੈਂਦੇ ਹਾਂ ਵੀ ਤੁਸੀਂ ਕੌਣ ਹੋ, ਅਤੇ ਬੱਚੇ ਇੱਕਦਮ ਆਈ ਬਲਰਟਡ, ਮਤਲਬ ਇੱਕਦਮ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲਦਾ ਵੀ ਆਰ ਮਹਾਰ, ਅਸੀਂ ਵੀ ਮਹਾਰ ਹਾਂ, ਠੀਕ ਆ। ਮਹਾਰ ਕੀ ਸੀ? ਮਹਾਰ ਇਜ਼ one of the community which were treated as untouchable in Bombay Presidency। ਮਹਾਰ ਉਸ ਸਮੇਂ ਜਿਹੜੇ ਬੰਬੇ ਪ੍ਰੈਜ਼ੀਡੈਂਸੀ ਹੈ ਮਹਾਰਾਸ਼ਟਰ ਦੇ ਵਿੱਚ ਛੋਟੀਆਂ ਕਾਸਤਾਂ ਦੇ ਵਿੱਚੋਂ ਇੱਕ ਗਿਣੀ ਜਾਂਦੀ ਸੀਗੀ, ਠੀਕ ਹੈ। ਹੀ ਵਾਸ ਟਰਨ ਹਿਜ਼ ਫੇਸ, ਠੀਕ ਹੈ, ਉਸ ਦਾ ਕੀ ਇੱਕਦਮ ਉਹ ਚੌਂਕ ਗਿਆ ਅਤੇ ਉਸ ਦਾ ਜਿਹੜਾ ਫੇਸ ਆ ਅੰਡਰਵੈਂਟ ਸਡਨ ਚੇਂਜ, ਉਸ ਦੇ ਜਿਹੜੇ ਫੇਸ 'ਤੇ ਕੀ ਹੈ ਇੱਕਦਮ ਚੇਂਜ ਹੋ ਗਿਆ। ਵੀ ਕੁਡ see that he was overpowered by a strange feeling and repulsion. As soon as he heard my reply, he went away to his room and we stood where we were। ਜਦੋਂ ਉਹਨਾਂ ਤੋਂ ਉਹਨਾਂ ਦੀ ਕਾਸਟ ਬਾਰੇ ਸੁਣਦਾ ਹੈ, ਉਸ ਦਾ ਫੇਸ ਕਾਫੀ ਬਦਲ ਜਾਂਦਾ ਹੈ, ਉਹ ਕਾਫੀ ਰਿਪਲਸ਼ਨ ਫੀਲ ਕਰਦਾ ਹੈ ਅਤੇ ਉਹ ਸੁਣਦਾ ਹੀ ਆਪਣੇ ਕਮਰੇ ਦੇ ਵਿੱਚ, ਆਪਣੇ ਰੂਮ ਦੇ ਵਿੱਚ ਚਲਾ ਜਾਂਦਾ। ਉਹ ਫਿਰ ਜਿਹੜੇ ਬੱਚੇ ਆ ਜਿੱਥੇ ਖੜ੍ਹੇ ਆ ਉੱਥੇ ਹੀ ਖੜ੍ਹੇ ਰਹਿੰਦੇ ਨੇ, ਠੀਕ ਹੈ। ਇਸ ਤੋਂ ਬਾਅਦ ਨਾ ਤਾਂ ਉਹ ਬੱਚੇ ਉੱਥੇ ਖੜ੍ਹੇ ਰਹਿੰਦੇ, ਕਾਫੀ 15-20 ਮਿੰਟ ਹੋਰ ਸਮਾਂ ਲੰਘ ਜਾਂਦਾ ਅਤੇ ਬਸ ਇਸ ਤੋਂ ਬਾਅਦ ਨਾ ਤਾਂ ਉਹਨਾਂ ਦਾ ਫਾਦਰ ਆਉਂਦਾ ਹੈ, ਨਾ ਹੀ ਕਿਸੇ ਸਰਵੈਂਟ ਨੂੰ ਭੇਜਦਾ। ਸਟੇਸ਼ਨ ਮਾਸਟਰ ਫਿਰ ਆਉਂਦਾ ਹੈ, ਫਿਰ ਉਹਨਾਂ ਨੂੰ ਪੁੱਛਦਾ ਉਹ, ਠੀਕ ਹੈ, ਵੀ ਤੁਸੀਂ ਹਾਲੇ ਤੱਕ ਗਏ ਨਹੀਂ, ਨਾ ਕਰ ਤੁਹਾਡਾ ਕੋਈ ਸਰਵੈਂਟ ਆਇਆ, ਨਾ ਹੀ ਫਾਦਰ ਆਇਆ, ਠੀਕ ਹੈ। ਫਿਰ ਜਿਹੜੀ ਉਹਨਾਂ ਦੀ ਖੁਸ਼ੀ ਹੁੰਦੀ ਹੈ, ਜੋਏ ਐਂਡ ਹੈਪੀਨੈਸ, ਉਹ ਸਾਰਾ ਕੁਛ ਦੂਰ ਹੋ ਜਾਂਦਾ ਜਦੋਂ ਉਹਨਾਂ ਦੇ ਨਾਲ ਇੱਦਾਂ ਟਰੀਟ ਕੀਤਾ ਜਾਂਦਾ ਹੈ, ਠੀਕ ਹੈ। ਵਿਚ ਵੀ ਫੈਲਟ ਐਟ ਬਿਗਨਿੰਗ ਆਫ ਜਰਨੀ ਗਿਵ ਵੇ ਟੂ ਆ ਫੀਲਿੰਗ ਐਕਸਟਰੀਮ ਸੈਡਨੈਸ। ਜਿਹੜੀ ਉਹਨਾਂ ਨੂੰ ਸ਼ੁਰੂਆਤ ਦੇ ਵਿੱਚ ਜਿਹੜੀ ਫੀਲਿੰਗ ਆ ਰਹੀ ਸੀ, ਖੁਸ਼ੀ ਮਿਲ ਰਹੀ ਸੀ ਜਰਨੀ ਦੀ, ਉਹ ਹੁਣ ਉਹਨਾਂ ਨੂੰ ਕਾਫੀ ਉਹਦੇ ਲਈ ਸੈਡਨੈਸ ਫੀਲ ਹੋ ਰਿਹਾ, ਕਾਫੀ ਉਹ ਉਦਾਸ ਹੋ ਗਏ ਨੇ, ਠੀਕ ਹੈ। ਆਫਟਰ ਆਰ ਅੱਧੇ ਘੰਟੇ ਬਾਅਦ ਫਿਰ ਸਟੇਸ਼ਨ ਮਾਸਟਰ ਰਿਟਰਨ ਵਾਪਸ ਉਸਦਾ, ਉਹਨਾਂ ਨੂੰ ਪੁੱਛਦਾ ਵੀ ਹੁਣ ਤੁਸੀਂ ਕੀ ਕਰਨਾ ਚਾਹੁੰਦੇ ਹੋ। ਫਿਰ ਉਹ ਬੱਚੇ ਦੱਸਦੇ ਸਾਨੂੰ ਕੋਈ ਬੁੱਲਾ ਕਾਰਟ, ਕੋਈ ਜਿਹੜੀ ਬੈਲ ਗਾੜੀ ਹੁੰਦੀ ਆ ਉਹ ਮਿਲ ਜਾਵੇ, ਹਾਇਰ ਕਰੀਏ ਅਤੇ ਅਸੀਂ ਕੋਰੇਗਾਂਵ ਚਲੇ ਜਾਈਏ, ਜਾਂ ਫਿਰ ਤੁਸੀਂ ਸਾਨੂੰ ਦੱਸ ਦਿਓ ਵੀ ਜੇਕਰ ਉਹ ਇੱਥੋਂ ਨੇੜੇ ਹੀ ਹੈ ਤਾਂ ਅਸੀਂ ਸਟਾਰਟ ਸਟ੍ਰੇਟ ਵੇ ਵੀ ਅਸੀਂ ਪੈਦਲ ਹੀ ਚਲੇ ਜਾਈਏ। ਦੇਅਰ ਵਾਰ ਮੈਨੀ ਵੈਲੋ ਕਾਰਟ ਪਲੇਇੰਗ ਫॉर ਹਾਇਰ। ਉੱਥੇ ਕਾਫੀ ਇੱਦਾਂ ਬੈਲ ਗੱਡੀਆਂ ਸੀ ਜਿਨ੍ਹਾਂ ਨੂੰ ਉਹ ਹਾਇਰ ਕਰ ਸਕਦੇ, ਕਿਰਾਏ 'ਤੇ ਲੈ ਸਕਦੇ ਸੀ। ਪਰ ਸਾਰਿਆਂ ਨੇ ਕੀ ਕੀਤਾ ਵੀ ਇਹ ਕੀ ਆ, ਮਹਾਰ ਜਾਤੀ ਦੇ ਲੋਕ ਨੇ, ਤਾਂ ਉਹਨਾਂ ਨੇ ਇਹਨਾਂ ਨੂੰ ਬਿਠਾਉਣ ਤੋਂ ਮਨਾ ਕਰ ਦਿੱਤਾ। ਉਹ ਕਹਿੰਦੇ ਆ ਵੀ ਇਸ ਦੇ ਨਾਲ ਕੀ ਆ, ਸਾਡੇ ਜਿਹੜੀ ਬੈਲੋਕ ਨੇ ਉਹ ਪੋਲਿਊਟਡ ਹੋ ਜਾਣਗੇ, ਠੀਕ ਹੈ, ਅਤੇ ਇਸ ਦੇ ਲਈ ਅਸੀਂ ਤੁਹਾਨੂੰ ਇਸ ਦੇ ਵਿੱਚ ਲਿਜਾ ਨਹੀਂ ਸਕਦੇ ਪੈਸੇਂਜਰ ਦੇ ਤੌਰ 'ਤੇ। ਇਨਟੱਚੇਬਲ ਜਿਹੜੀ ਕਲਾਸਿਸ ਆ ਉਹਨਾਂ ਨੂੰ ਅਸੀਂ ਮਤਲਬ ਕਿ ਬੈਲ ਗੱਡੀ ਦੇ ਵਿੱਚ ਲਿਜਾ ਨਹੀਂ ਸਕਦੇ, ਠੀਕ ਹੈ। ਵੀ ਵਰ ਪ੍ਰੀਪੇਅਰਡ ਟੂ ਪੇ ਡਬਲ ਦਾ ਫੇਅਰ ਬਟ ਵੀ ਫਾਊਂਡ that money did not work. The station master, who was negotiating on our behalf, stood silent, not knowing what to do, ਠੀਕ ਹੈ। ਜਿਹੜੇ ਉਹ ਡਬਲ ਪੈਸੇ ਵੀ ਦਿੰਦੇ ਆ ਆਪਣੇ ਲਈ ਬੈਲ ਗੱਡੀ ਕਿਰਾਏ 'ਤੇ ਲੈਣ ਲਈ, ਪਰ ਉਹ ਸਾਰੇ ਮਨਾ ਕਰ ਦਿੰਦੇ ਆ। ਜਿਹੜਾ ਸਟੇਸ਼ਨ ਮਾਸਟਰ ਉਹ ਖੜ੍ਹਾ ਰਹਿੰਦਾ, ਕੋਈ ਵੀ ਉਹਨਾਂ ਲਈ ਕੋਈ ਮਦਦ ਨਹੀਂ ਕਰਦਾ, ਠੀਕ ਹੈ। ਇਹ ਸੀਗੀ ਸਟੋਰੀ ਜੋ ਡਾਕਟਰ ਭੀਮ ਰਾਓ ਅੰਬੇਡਕਰ ਦੇ ਨਾਲ ਹੋਈ ਸੀ, ਠੀਕ ਹੈ।